ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ ਚੌਥੇ ਦੀ ਬਾਣੀ। ਕੱਲ੍ਹ ਆਪਾਂ ਵਿਚਾਰ ਰਹੇ ਸੀ ਕਿ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਸੰਸਾਰ ਦੇ ਵਿੱਚ 5 ਚੋਰ ਨੇ, ਇਹ ਧੜੇ ਬਣਾਉਂਦੇ ਨੇ, ਝਗੜਾ ਕਰਵਾਉਂਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਮਾਨ। कलयुग में तड़े 5 चोर झगड़ाए, काम, क्रोध, लोभ, मोह, अभिमान बधाए। हमारा हर से तड़ा जित होर तड़े सब गवाए। भी ਜਿਹੜਾ ਅਸੀਂ ਧੜਾ ਕੀਤਾ, ਸਤਿਗੁਰੂ ਸਮਝਾਉਂਦੇ ਕਿ ਸਾਡਾ ਧੜਾ ਹਰੀ ਦੇ ਨਾਲ ਹੈ, ਪਰਮੇਸ਼ਰ ਦੇ ਨਾਲ ਹੈ, ਜਿੱਥੇ ਹੋਰ ਸਾਰੇ ਧੜੇ ਫਿਰ ਖਤਮ ਹੋ ਜਾਂਦੇ ਨੇ। ਇਹ ਆਪਾਂ ਵਿਚਾਰ ਰਹੇ ਸੀ ਕਿ ਜਿਹਾ ਜਿਹਾ ਕੋਈ ਬੀਜਦਾ ਹੈ, ਜੈਸਾ ਬੀਜੈ ਤੈਸਾ ਖਾਵੈ। ਜਨ ਨਾਨਕਾ ਹਰ ਧੜਾ ਧਰਮ ਸਭ ਸ੍ਰੇਸ਼ਟ ਜਨ ਆਵੈ। ਜਿਹਾ ਜਿਹਾ ਕੋਈ ਬੀਜਦਾ ਇੱਥੇ, ਉਹ ਜਿਹਾ ਉਸ ਨੂੰ ਮਿਲਦਾ ਹੈ। ਪਰ ਜਿਹੜਾ ਨਾਨਕ ਦਾ ਧੜਾ ਹੈ, ਪਰਮੇਸ਼ਰ ਦੇ ਜਨਾਂ ਦਾ ਧੜਾ ਹੈ, ਉਹ ਹਰੀ ਦਾ ਧੜਾ ਹੈ, ਜਿੱਥੇ ਫਿਰ ਸਾਰੇ ਜੀਵ ਆਪਣੇ ਜੀਵਨ ਨੂੰ ਜਿੱਤ ਕੇ ਜਾਂਦੇ ਨੇ। ਜੇ ਹਰੀ ਦੇ ਨਾਲ ਧੜਾ ਹੈ, ਜੇ ਹੋਰ ਨਾਲ ਧੜੇ ਕਰਦੇ ਹਾਂ, ਉਹ ਝੂਠੇ ਧੜੇ ਨੇ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਆਸਾ ਰਾਗ ਦੇ ਵਿੱਚ ਮਹੱਲੇ ਚੌਥੇ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਗੁਰਮੁਖ ਨਾਮ ਸੁਣੋ ਮੇਰੀ ਪੈਨਾ, ਏਕੋ ਰਬ ਰਹਿਆ ਘਟ ਅੰਤਰ, ਮੁਖ ਬੋਲੋ ਗੁਰ ਅੰਮ੍ਰਿਤ ਬਹਿਣਾ। ਗੁਰਮੁਖ ਹੈ ਜਿਹੜਾ ਗੁਰ ਹੈ, ਮੁਖ 'ਤੇ ਲੈਂਦੇ ਹਾਂ ਆਪਾਂ ਹਰੀ ਦੇ ਜਨਾਂ ਦੁਆਰਾ, ਜਿੱਥੇ ਆਪ ਪਰਮੇਸ਼ਰ ਇਹ ਦਿੰਦਾ ਹੈ, ਅਤੇ ਉਸ ਨੂੰ ਸੁਣਨਾ ਹੈ। ਭੈਣਾ ਕਹਿ ਦਿੰਦੇ ਹਾਂ ਜਿੱਥੇ ਜੀਵ, ਕਿਉਂਕਿ ਵੱਖਰੇ ਵੱਖਰੇ ਨੇ। ਜਿੱਥੇ ਜੀਵ ਆਪਣਾ ਆਪ ਨੂੰ ਇਸਤਰੀ ਅਤੇ ਪਰਮੇਸ਼ਰ ਨੂੰ ਪੁਰਖ ਕਰਕੇ ਵਿਚਾਰ ਕਰਦੇ, ਉੱਥੇ ਫਿਰ ਭੈਣ ਆ ਜਾਂਦਾ, ਕਿਤੇ ਸਹੇਲੀਆਂ ਆ ਜਾਂਦਾ ਹੈ, ਸੁਹਾਗਣ ਆ ਜਾਂਦਾ ਹੈ। ਇਸ ਕਰਕੇ ਇੱਥੇ ਕਿਹਾ ਹੈ, ਇੱਕ ਦੂਜੇ ਨੂੰ ਸਮਝਾਉਂਦੇ ਨੇ ਕਿ ਗੁਰਮੁਖ ਤੋਂ ਨਾਮ ਸੁਣੋ। ਚਾਹੇ ਭਾਈ ਵੀ ਕਹਿ ਦਿੰਦੇ ਹਾਂ, ਭੈਣਾਂ ਵੀ ਕਹਿ ਦਿੰਦੇ ਹਾਂ। ਏਕੋ ਰੱਬ ਰਹਿਆ ਘਟ ਅੰਤਰ, ਵੀ ਇੱਕ ਪਰਮੇਸ਼ਰ ਰੱਬ ਰਿਹਾ ਹੈ ਘਟ ਦੇ ਵਿੱਚ, ਸਾਰੇ ਪਾਸੇ ਉਹੀ ਨਜ਼ਰ ਆਉਂਦਾ ਹੈ ਜਿਸ ਨੂੰ। ਮੁਖ ਬੋਲੋ ਗੁਰ ਅੰਮ੍ਰਿਤ ਬਹਿਣਾ, ਉਹ ਫਿਰ ਮੁੱਖੋਂ ਉਹ ਗੁਰ ਦਾ ਗਿਆਨ ਦਿੰਦਾ ਹੈ, ਜੋ ਅੰਮ੍ਰਿਤ ਬਚਨ ਨੇ। ਉਸ ਤੋਂ ਉਸ ਬਚਨ ਨੂੰ ਸੁਣੋ। ਉਹ ਅੰਮ੍ਰਿਤ ਬਚਨ ਨੇੜੇ ਉਸ ਨੂੰ ਨਾਮ ਵੀ ਕਿਹਾ ਹੈ, ਗੁਰ ਦਾ ਗਿਆਨ ਹੈ ਜਿਹੜਾ। ਇਹ ਰਹੋ ਪੰਕਤੀਆਂ ਨੇ। ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ, ਤੇ ਸਮਝਾਉਂਦੇ ਨੇ ਕਿ ਹਿਰਦੇ ਦੇ ਵਿੱਚ, ਹੁਣ ਆਪਾਂ ਕਿੱਥੇ ਸੁਣਦੇ, ਸਿਰਫ ਕੰਨਾਂ ਨਾਲ। ਜਿਹੜਾ ਗਿਆਨ ਹੈ ਆਪਾਂ ਕਿੱਥੇ ਲੈਣਾ ਹੁੰਦਾ, ਹਿਰਦੇ 'ਚ ਅੰਤਰਗਤ ਜਾ ਕੇ ਜਿਹੜਾ ਗਿਆਨ ਲੈਂਦੇ, ਵੀ ਆਓ ਸਮ ਕਰੀਏ, ਅੰਤਰਗਤ ਚੱਲੀਏ। ਇਹ ਸਾਰਾ ਹਿਰਦੇ ਦੇ ਵਿੱਚ ਦਾ ਗਿਆਨ ਹੈ। 10ਵਾਂ ਦੁਆਰ ਵੀ ਸੁਣ ਸੁਣ ਕੇ ਇਹ ਸ਼ਬਦ ਜਿਨ੍ਹਾਂ ਨੂੰ ਪਾ ਗਿਆ,
ਗੁਰ ਦਾ ਸ਼ਬਦ। ਉਹ ਸੰਤ ਜਨ ਸਾਧੂ ਜਨ ਮੁੱਖੋਂ ਬੋਲਦੇ ਨੇ, ਆਪ ਪ੍ਰਭੂ ਉਹਨਾਂ ਦੀ ਰਸਨਾ 'ਤੇ ਬੋਲਦਾ ਹੈ। ਉਸ ਨੂੰ ਸੁਣ ਕੇ ਜਿਨ੍ਹਾਂ ਨੂੰ ਪਾ ਗਿਆ, ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ। ਵੀ ਅੰਮ੍ਰਿਤ ਪਾਇਆ ਜਿਨ੍ਹਾਂ ਨੂੰ, ਹਿਰਦੇ ਸੁਣ ਸੁਣ ਕੇ ਮਨ ਨੂੰ ਜਦੋਂ ਅੰਮ੍ਰਿਤ ਪਾਇਆ। ਗੁਰਬਾਣੀ ਹਰ ਅਲੱਖ ਲਖਾ। ਉਹ ਜਿਹੜਾ ਗੁਰ ਦਾ ਬਚਨ ਸੀ, ਗੁਰ ਦਾ ਗਿਆਨ ਸੀ, ਗੁਰ ਦੀ ਬਾਣੀ ਸੀ, ਉਸ ਨੇ ਫਿਰ ਜਿਨ੍ਹਾਂ ਨੂੰ ਪਾ ਜਾਂਦਾ ਹੈ, ਉਹ ਫਿਰ ਅਲੱਖ ਨੂੰ ਲਿਖਾ ਦਿੰਦਾ ਹੈ। ਗੁਰ ਕਿਸੇ ਬੰਦੇ ਨੇ ਨਹੀਂ ਲਿਖਾਉਣਾ, ਗੁਰ ਨੇ। ਆਪਾਂ ਗੁਰ ਲੈਂਦੇ ਹਾਂ ਜਦੋਂ ਗੁਰ ਨੂੰ ਕਮਾਉਂਦੇ ਹਾਂ, ਗੁਰ ਸਾਨੂੰ ਅਲੱਖ ਨੂੰ ਲਿਖਾ ਦਿੰਦਾ ਹੈ। ਜਿਵੇਂ ਇਹ ਤੇ ਸਾਨੂੰ ਸਮਝਾਉਂ ਵੀ ਜਿਨ੍ਹਾਂ ਨੂੰ ਹਿਰਦੇ ਸੁਣ ਸੁਣ ਕੇ ਪਾ ਗਿਆ ਮਨ ਨੂੰ, ਗੁਰ ਨੇ ਫਿਰ ਉਹਨਾਂ ਨੂੰ ਅਲੱਖ ਦੇ ਨਾਲ ਅਲੱਖ ਨੂੰ ਲਿਖਾ ਦਿੱਤਾ, ਅਲੱਖ ਦਾ ਗਿਆਨ ਕਰਵਾ ਦਿੱਤਾ, ਅਲੱਖ ਨੂੰ ਪ੍ਰਗਟ ਕਰ ਦਿੱਤਾ ਗੁਰ ਨੇ। ਮੈਂ ਮਨ ਤਨ ਪ੍ਰੇਮ ਮਹਾ ਬੈਰਾਗ। ਪਰ ਕਿਵੇਂ ਹੋਇਆ? ਕਿਉਂਕਿ ਮਨ ਤੇ ਤਨ ਦੇ ਵਿੱਚ ਮਹਾ ਬੈਰਾਗ ਸੀ, ਪ੍ਰੇਮ ਦਾ, ਦਰਸ਼ਨਾਂ ਦਾ। ਸਤਿਗੁਰ ਪੁਰਖ ਪਾਇਆ ਬੜ ਭਾਗ। ਇੰਨਾ ਮਹਾ ਬੈਰਾਗ ਹੋਵੇ, ਪ੍ਰੇਮ ਹੋਵੇ ਉਸ ਪ੍ਰਭੂ ਦੇ ਨਾਲ, ਬੜ ਭਾਗਾ ਜੀ ਫਿਰ ਸਤਿਗੁਰ ਪੁਰਖ ਨੂੰ ਪਾ ਲੈਂਦਾ ਹੈ, ਜਿਵੇਂ ਇੱਥੇ ਪਾਇਆ ਹੈ। ਸਤਿਗੁਰ ਪੁਰਖ ਪਾਇਆ ਬੜ ਭਾਗ। ਦੂਜੇ ਪਾਏ ਭਵੈ ਬਿਖ ਮਾਇਆ। ਇੱਕ ਨਾਲ ਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਹੈ, ਪਰਮੇਸ਼ਰ ਦਾ ਪ੍ਰਭੂ ਮਿਲਾਪ ਦਾ ਬੈਰਾਗ ਹੈ, ਤੇ ਉਹ ਭਡਭਾਗੀ ਨੇ, ਉਹ ਸਤਿਗੁਰ ਪੁਰਖ ਨੂੰ ਪਾ ਲੈਂਦੇ ਨੇ। ਤੇ ਇੱਕ ਪਾਸੇ ਨੇ ਜਿਨ੍ਹਾਂ ਦਾ ਮਾਇਆ ਦੇ ਨਾਲ ਪਿਆਰ ਹੈ। ਦੂਜੇ ਪਾਏ ਭਵੈ ਬਿਖ ਮਾਇਆ। ਉਹਨਾਂ ਦਾ ਮਨ ਮਾਇਆ ਦੇ ਵਿੱਚ ਭਵਦਾ ਫਿਰਦਾ ਹੈ, ਉਹ ਦੂਜਾ ਹੈ। ਭਾਗਹੀਨ ਨਹੀਂ ਸਤਿਗੁਰ ਪਾਇਆ। ਉਹ ਭਾਗਾਂ ਤੋਂ ਹੀਣਾ ਹੈ, ਉਹ ਸਤਿਗੁਰ ਨਹੀਂ ਪਾ ਸਕਦਾ, ਕਿਉਂਕਿ ਸਤਿਗੁਰ ਉਹ ਪਾਉਂਦਾ ਹੈ ਜਿਸ ਨੂੰ ਪ੍ਰੇਮ ਹੈ, ਬੈਰਾਗ ਹੈ, ਉਹ ਵੀ ਮਹਾ ਬੈਰਾਗ ਪ੍ਰਭੂ ਦਾ। ਉਹ ਫਿਰ ਸਤਿਗੁਰ ਨੂੰ ਪਾਉਂਦਾ ਹੈ। ਸੁਣ ਸੁਣ ਕੇ ਹਿਰਦੇ 'ਚ ਪਹਿਲਾਂ ਜਦੋਂ ਮਨ ਨੂੰ ਪਾ ਜਾਂਦੀ ਹੈ, ਫਿਰ ਅਲੱਖ ਨੂੰ ਲਿਖਾ ਦਿੰਦਾ ਹੈ। ਦਰਸ਼ਨ ਹੁੰਦੇ ਨੇ, ਪ੍ਰਗਟ ਹੋ ਜਾਂਦਾ ਹੈ, ਜਿਵੇਂ ਇੱਥੇ ਹੋਇਆ। ਅੰਮ੍ਰਿਤ ਹਰ ਰਸ ਹਰ ਆਪ ਪਿਆਇਆ। ਇਹ ਜਿਹੜਾ ਅੰਮ੍ਰਿਤ ਹਰੀ ਦਾ ਰਸ ਹੈ, ਜੋ ਗੁਰ ਦਾ ਗਿਆਨ ਹੈ, ਸ਼ਬਦ ਹੈ ਅੰਮ੍ਰਿਤ, ਆਪ ਹਰੀ ਨੇ ਪਿਆਇਆ ਹੈ। ਆਪ ਦਿੰਦਾ ਹੈ, ਦਿੰਦਾ ਆਪਣੇ ਜਨਾਂ ਦੁਆਰਾ ਹੈ। ਉਹਨਾਂ ਦੀ ਰਸਨਾ 'ਤੇ ਬੈਠ ਕੇ ਦਿੰਦਾ ਆਪ ਪ੍ਰਭੂ ਹੈ, ਕਿਉਂਕਿ ਕੋਈ ਇਨਸਾਨ ਨਹੀਂ ਦੇ ਸਕਦਾ, ਕੋਈ ਕਿੱਡਾ ਹੀ ਹੋਵੇ ਨਹੀਂ ਦੇ ਸਕਦਾ, ਕਿਉਂਕਿ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਇਨਸਾਨ ਤਾਂ ਉਸ ਤੱਕ ਜਾਣ ਦਾ ਮਾਰਗ ਦੱਸਦਾ ਹੈ, ਉਹ ਵੀ ਜਦੋਂ ਆਪ ਪ੍ਰਭੂ ਹੁਕਮ ਦਿੰਦਾ ਹੈ, ਉਸ ਸਮੇਂ ਤਾਂ ਹੀ ਉਹ ਦੱਸਦਾ ਹੈ, ਨਹੀਂ ਉਹ ਇਹ ਵੀ ਨਹੀਂ ਦੱਸ ਸਕਦਾ। ਜੇ ਦੱਸੇਗਾ ਵੀ ਅੱਗੇ ਦਰ ਨਹੀਂ ਖੁੱਲ੍ਹੇਗਾ, ਅਸੀਂ ਪ੍ਰਵੇਸ਼ ਨਹੀਂ ਕਰ ਸਕਦੇ, ਪ੍ਰਭੂ ਸਾਨੂੰ ਇੱਕ ਦ੍ਰਿਸ਼ਟ ਨਹੀਂ ਕਰੇਗਾ। ਗੁਰ ਪੂਰੈ ਨਾਨਕ ਹਰ ਪਾਇਆ। ਪੂਰੇ ਗੁਰ ਜਿਨ੍ਹਾਂ ਨੇ ਪਾ ਲਿਆ ਹਰੀ ਨੂੰ, ਉਹ ਫਿਰ ਪੂਰਾ ਗੁਰ ਹੈ, ਉਹਨਾਂ ਦੁਆਰਾ ਮਾਲਕ ਦਿੰਦਾ ਹੈ। ਫਿਰ ਜਾ ਕੇ ਆਪ ਹਰੀ ਸਾਨੂੰ ਅੰਮ੍ਰਿਤ ਰਸ ਪਿਆਉਂਦਾ ਹੈ, ਭਾਵ ਆਪ ਆਪਣਾ ਗਿਆਨ ਕਰਵਾ ਦਿੰਦਾ, ਆਪ ਪ੍ਰਗਟ ਹੋ ਕੇ ਆਪਣਾ ਆਪਾ ਲਿਖਾ ਦਿੰਦਾ ਹੈ। ਆਓ ਅਗਲਾ ਸ਼ਬਦ ਫਿਰ ਆਸਾ ਰਾਗ ਦੇ ਵਿੱਚ ਮਹੱਲੇ ਚੌਥੇ ਦਾ ਹੈ। ਰਹੋ ਪੰਕਤੀਆਂ ਨੇ, ਨਾਮ ਜਪੋ ਮੇਰੇ ਸਾਜਨ ਸੈਨਾ। ਇੱਥੇ ਫਿਰ ਸਾਜਨ ਸੈਨਾ, ਪਿਆਰੇ ਸੱਜਣੋ, ਉੱਥੇ ਪੈਣਾ ਸੀ, ਇੱਥੇ ਸਾਜਨ ਸੈਨਾ। ਨਾਮ ਬਿਨਾ ਮੈਂ ਅਵਰ ਨਾ ਕੋਈ। ਹਾਂ, ਇੱਥੇ ਸਮਝਾਉਂਦੇ ਨੇ ਨਾਮ ਜਪੋ ਮੇਰੇ ਸਾਜਨ, ਇਹ ਮੇਰੇ ਸੱਜਣ ਸੈਨ, ਮੈਂ ਨਾਮ ਨੂੰ ਜਪਦਾ ਹਾਂ। ਨਾਮ ਬਿਨਾ ਮੈਂ ਅਵਰ ਨਾ ਕੋਈ। ਮੈਨੂੰ ਨਾਮ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ। ਵੱਡੇ ਭਾਗ ਗੁਰਮੁਖ ਹਰ ਲੈਣਾ। ਪਰ ਵੱਡੇ ਭਾਗ ਗੁਰਮੁਖ ਹਰੀ ਨੂੰ ਪਾਉਂਦੇ ਨੇ, ਹਰੀ ਦੁਆਰਾ ਇਸ ਨਾਮ ਨੂੰ ਪ੍ਰਾਪਤ ਕਰਦੇ ਨੇ, ਫਿਰ ਉਸ ਨੂੰ ਜਪਦੇ ਨੇ, ਅਤੇ ਉਹ ਫਿਰ ਸੱਜਣ ਸੈਨ ਜਿਹੜੇ ਮਿੱਤਰ ਨੇ ਉਹਨਾਂ ਨੂੰ ਇਹ ਗਿਆਨ ਕਰਵਾਉਂਦੇ ਨੇ, ਜਿਹੜੇ ਸੰਗਤ ਦੇ ਵਿੱਚ ਆਉਂਦੇ ਨੇ।
पर बड़े भागां नाल ही ये मिलता है। भागहीन इस नूं नहीं प्राप्त कर सकते, जिवें आपां पिछले शब्द दे विच विचार के आए हाँ। शब्द शुरू करते हाँ। मेरा मन तन प्रेम नाम आधार। मन विच भी तन विच प्रेम है प्रभु दे नाल, नाम नूं आधार बनाया है, होर किसी चीज़ नूं, क्योंकि ये सारा प्रेम दा खेल है। कोई कीमत नहीं है, कोई कुछ नहीं है, सिर्फ प्रेम है, क्योंकि परमेश्वर जिहड़ा है प्रेम दा भुखा है। गोबिंद पाओ भगत का भूखा, प्रेम भगती दा भुखा है। प्रेम ही असी कर सकते, प्रेम नाल ही उसनूं पाया जा सकता है, होर किसी तरीके दे नाल नहीं है। नाम नूं आधार बना के प्रभु नूं जदों प्रेम करते हाँ, पहलां दर ते बैठते हाँ, प्रगट हुंदा, फिर प्रेम साडे अंदर बैराग पैदा हुंदा, प्रगट हो जांदा, फिर असी देख देख भगती करते, प्रेम करते प्रभु दे नाल, उसनूं आधार बना लैंदे ने। नाम जपी नामो सुख सार। जदों प्रेम नूं आधार बना के चलदे हाँ, फिर प्रभु आप सानूं दर्शन भी देंदा है, ते फिर सातों नाम भी जपाउंदा है, सानूं सुख भी देंदा, क्योंकि सुख कित्थे है? नाम दे विच। नाम बिना नहीं जीविया जाए, ते समझाउंदे ने फिर जिन्हां नूं इह खजाना देंदा है प्रभु नाम दा, उन्हां दा जीवन की है? नाम। आनंद है, खुश ने, नाम दे दर्शन हुंदे ने, सारे पासे नाम प्रगट है। जे किते गुप्त हो जावे ते मरण हो जाता है, क्योंकि जीवन बन जाता है नाम। जिवें मच्छी दा जीवन पानी है, ऐदां हरि दे जनां दा जिहड़ा जीवन है नाम है। फिर नाम नूं लैना, फिर नाम नूं आखना, पर औखा है, जद तक देंदा नहीं आख नहीं सकते। आखां जीवां बिसरै मर जाऊं, आखण औखा साचा नाऊं। ਵੱਡਾ ਭਾਗ ਗੁਰਮੁਖ ਹਰਿ ਪਾਏ। ਪਰ ਇਸ ਤੋਂ ਵੱਡੇ ਭਾਗ ਜਿਹੜੇ ਗੁਰਮੁਖ ਹਰੀ ਨੂੰ ਪਾਉਂਦੇ ਨੇ, ਉਹ ਹੀ ਫਿਰ ਨਾਮ ਨੂੰ ਜਪਦੇ ਨੇ। ਉਹ ਨਾਮ ਤੋਂ ਬਿਨਾਂ ਉਹਨਾਂ ਦਾ ਇਹ ਅਵਸਥਾ ਹੈ ਕਿ ਉਹ ਜੀਵਨ ਹੀ ਨਾਮ ਹੈ। ਆਖਾਂ ਜੀਵਾਂ ਬਿਸਰੈ ਮਰ ਜਾਉ। ਨਾਮਹੀਨ ਕਾਲਖ ਮੁਖ ਮਾਇਆ। ਜਿਹੜੇ ਨਾਮ ਤੋਂ ਹੀਣੇ ਨੇ ਉਹ ਕੀ ਦੇਖ ਸਕਦੇ? ਆਪਣੇ ਮੁਖ 'ਤੇ ਦੇਖਣਗੇ, ਉਹਨਾਂ ਨੂੰ ਆਪਣਾ ਇਹ ਮਾਇਆ ਰੂਪ ਦਿਸੇਗਾ, ਕਾਲਕ ਦਿਸੇਗੀ ਮੁਖ 'ਤੇ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਆਪਣੇ ਮੁਖ 'ਤੇ ਪ੍ਰਕਾਸ਼ ਦਿਸੇਗਾ, ਇਹ ਮਾਇਆ ਰੂਪ ਨਜ਼ਰ ਨਹੀਂ ਆਏਗਾ, ਚੱਕਰ ਚਿੰਨ੍ਹ ਨਜ਼ਰ ਨਹੀਂ ਆਏਗਾ, ਸਿਰਫ ਦੇਖਣਗੇ ਪ੍ਰਕਾਸ਼ ਹੀ ਦਿਸੇਗਾ। ਮਨਮੁਖ ਅਤੇ ਗੁਰਮੁਖ ਦੀ ਇਹ ਪਹਿਚਾਣ ਹੈ, ਫਰਕ ਹੈ, ਕਿਉਂਕਿ ਗੁਰਮੁਖ ਜਦੋਂ ਮਨਮੁਖ ਆਪਣੇ ਆਪ ਨੂੰ ਦੇਖਣਗੇ ਮਾਇਆ ਰੂਪ ਨਜ਼ਰ ਆਏਗਾ, ਕਾਲਖ ਦਿਸੇਗੀ ਮੁਖ 'ਤੇ। ਅਤੇ ਜਿਹੜੇ ਗੁਰਮੁਖ ਨੇ ਉਹ ਜਦੋਂ ਦੇਖਦੇ ਨੇ ਪ੍ਰਕਾਸ਼ ਦਿਸਦਾ ਹੈ। ਆਹ ਰੂਪ ਸਾਨੂੰ ਨਜ਼ਰ ਨਹੀਂ ਆਉਂਦਾ, ਸਾਡਾ ਖਾਲਸ ਰੂਪ ਸਾਨੂੰ ਨਜ਼ਰ ਆਉਂਦਾ ਹੈ। ਨਾਮ ਬਿਨਾਂ ਤ੍ਰਿਗ ਤ੍ਰਿਗ ਜਿਵਾਇਆ। ਅਤੇ ਉਹਨਾਂ ਦਾ ਜੀਵਨ ਜਿਹੜਾ ਨਾਮ ਤੋਂ ਬਿਨਾਂ ਉਹਨਾਂ ਦਾ ਜੀਵਨ ਜਿਹੜਾ ਤਿਰਕਾਰ ਹੈ, ਉਹ ਜੀਵਨ ਤਿਰਕਾਰ ਹੈ, ਮੁਖ ਅਤੇ ਕਾਲਕ ਹੈ। ਉਹਨਾਂ ਨੇ ਆਪਣੇ ਅਸਲੀ ਰੂਪ ਨੂੰ ਨਹੀਂ ਪਹਿਚਾਣਿਆ, ਆਪਣੇ ਖਾਲਸ ਰੂਪ ਨੂੰ ਨਹੀਂ ਪਹਿਚਾਣਿਆ। ਵੱਡਾ ਵੱਡਾ ਹਰ ਭਾਗ ਕਰ ਪਾਇਆ। ਪ੍ਰਭੂ ਵੱਡਾ ਹੈ। ਹਰੀ ਪਹਿਲਾਂ ਭਾਗ ਬਣਾਉਣੇ ਪੈਂਦੇ ਨੇ। ਭਾਗ ਕਿਵੇਂ ਬਣਦੇ ਨੇ? ਸੰਗਤ ਜਾਣਾ ਪੈਂਦਾ ਹੈ, ਸੰਗਤ ਜਾ ਕੇ ਗੁਰ ਦਾ ਗਿਆਨ ਲੈਣਾ ਪੈਂਦਾ ਹੈ। ਜਿਵੇਂ ਸੰਸਾਰ ਦੇ ਵਿੱਚ ਅਸੀਂ ਆਪਣਾ ਭਾਗ ਬਣਾਉਂਦੇ ਹਾਂ, ਮਿਹਨਤ ਕਰਦਾ ਹੈ, ਬੱਚਾ ਪੜ੍ਹਦਾ ਹੈ, ਕੁਛ ਬਣਦਾ ਹੈ। ਇੱਦਾਂ ਹੀ ਇੱਥੇ ਵੀ ਕੋਈ ਇਹ ਨਹੀਂ ਵੀ ਭਾਗ ਸਾਨੂੰ ਬਣਾਉਣੇ ਪੈਂਦੇ ਨੇ। ਸੰਗਤ ਜਾਣਾ ਹੈ, ਨਾਮ ਨੂੰ ਸੁਣਦੇ ਹਾਂ, ਗਿਆਨ ਲੈਂਦੇ, ਪ੍ਰੇਮ ਕਰਦੇ ਹਾਂ, ਨਾਮ ਆਧਾਰ ਬਣਾ ਕੇ ਫਿਰ ਜਾ ਕੇ ਹਰੀ ਨੂੰ ਪਾਇਆ ਜਾਂਦਾ ਹੈ। ਨਾਨਕ ਗੁਰਮੁਖ ਨਾਮ ਦਿਵਾਇਆ। ਗੁਰਮੁਖਾਂ ਦੀ ਸੰਗਤ ਜਾਂਦੇ ਨੇ, ਉਹ ਫਿਰ ਸਾਨੂੰ ਗੁਰ ਦਾ ਗਿਆਨ ਦੇ ਕੇ ਸਮਝਾਉਂਦੇ ਨੇ ਵੀ ਇੱਦਾਂ ਆਪਾਂ ਪ੍ਰੇਮ ਕਰਨਾ ਹੈ। ਨਾਮ ਦਿਵਾਉਂਦੇ ਨੇ, ਪ੍ਰਭੂ ਤੋਂ ਇੱਕ ਦ੍ਰਿਸ਼ਟ ਹੋ ਜਾਂਦਾ ਹੈ।
फिर जाके अभ्यास दे नाल फिर हरि नूं पाया जाता है, क्योंकि करना पैंदा है कुछ बनन वास्ते, कुछ लैण वास्ते, कुछ हासिल करन वास्ते कुछ ना कुछ सानू करना पैंदा है। इदां ही इत्थे सच्ची संगत जिहड़ा सतगुरु दा सकूल है, जिथे सानू हरि दे गुण सिखाए जाते ने कि किवें की पाउंदा है प्रभु नूं, की असी करिए की ना करिए, किवें उसदी शरण विच जाइए, किवें उसनूं त्याईए, किवें मन नूं नीवा रखी उसके चरणों में जोड़िए। ये सच्ची संगत दे विच सिखाया जाता है। सिखाउंदा कौन है? आप, क्योंकि संगत विच आ बसदा है। सत संगत सतगुर चिटसाल है। चिटसाल कहते स्कूल नूं। जित हर गुण सिखा, जिथे हरि दे गुण सिखे जाते ने। धन सो पादा, धन सो रसना धन कर, कहते रसना धन वो हथ धन ने। धन सो पादा सतगुरु, धन वो पादा है, धन वो सतगुरु है जिहड़ा उस द्वारा ज्ञान देंदा है। रसना ते बैठ के हत्थां नाल समझाउंदा है इस धन नूं, जदों असीं सौंप दिंदे हां। धन उस रसना कर धन, धन सो पादा सतगुरु, जित मिल हर लेखा लिखा। जिथे मिल के फिर हरि दा लेखा लिखना सीखते हाँ। हरि आप साडे मस्तक ते ये लेख लिख देंदा है कि किमें आपां अपना उसका बचन है जे असी सुन के मन के चलते हाँ। सुनिया मनिया मन कीता पाओ, अंतरगत तीर्थ मल लाओ। फिर अंतरगत तीर्थ प्रगट हो जाता है, उत्थे मन निर्मल होंदा है। आओ अगला शब्द फिर आसा राग दे विच महले चौथे दा है। आसा महला चौथा। रहो पंक्तियां ने, जप जप नाम मन पया आनंदा। सत सत सतगुर नाम दृढ़ाया, रस गाए गुण परमानंदा। सच परमेश्वर, सतगुर परमेश्वर आप ही सच है, आप ही सतगुर है। आप अपना नाम दृढ़ाया, फिर रस गाए गुण परमानंदा। फिर उसके गुण गाए उस परमानंदा दे। आप गाउंदा है अपनी रसना, उस जन की रसना तो अपना गुण आप गवाउंदा है। ते फिर उसनूं जप जप के मन आनंद दे विच जांदा है, क्योंकि मन का कम की है? मन ने कुछ नहीं करना, मन ने जाके समाउणा है प्रभु च ते समर्पित करना है। फिर उसने साडे हत्थां नूं वरतना है, साडी रसना नूं वरतना है, साडे नेत्रां नूं, सब उसने सानू समझाउणा आप। इस करके ताई महाराज समझाउंदे ने भी आपां उसनूं सौंप देना है, तन भी मन भी तन भी। फिर आप चलाउंदा है, आप ज्ञान दिंदा है, मन आनंद विच चले जांदा है। जिहनूं महाराज समझाउंदे ने, कथ कथा विचारी जै सतगुर माहे समाहे। पिया मत संतोख्या दरगाह पैदा। दरगाह जाके मन समा जाता है प्रभु दे विच, ते फिर प्रभु कथ दी कथा आप करता है। गुण गावां गुण बोली बाणी। हुण कहंदे की करदा? गुण गावां। किहड़ा गुण? बोली बाणी। वो बाणी गुर दा ज्ञान, वो कहंदे फिर असीं करदे हां। गुरमुख हर गुण आख वखाणी। कहते गुरमुख हरि दे गुण आख के विखाउंदा है, वो सच्चा ज्ञान देंदा है। पर कदों? आप प्रभु जदों बस के देंदा है। गुरमुख आप है, कोई शरीर नहीं है। शरीर शरीर है, इसनूं समझ ले लो। शरीर सारे कोल है, लेकिन ड्यूटी अपनी अपनी है। जिहो जी किसी नूं ड्यूटी दाउंदा ओह जा ओह करदा है। ऐदा जिसनूं गुरमुख की ड्यूटी लाउंदा वो फिर गुर दा ज्ञान देंदा है। जिसनूं होर ड्यूटियां लाउंदा वो होर कुछ करते ने,
ਸਾਰੇ ਉਹਦੇ ਹੁਕਮ ਦੇ ਵਿੱਚ ਹੀ ਨੇ, ਪੈ ਦੇ ਵਿੱਚ ਹੀ ਨੇ। ਜਿਹੜਾ ਜੀ ਪੈ 'ਚ ਨਹੀਂ ਚੱਲਦਾ ਉਸ ਨੂੰ ਨਹੀਂ ਪਾਉਂਦਾ। ਹਰ ਗੁਣ ਗਾਵੈ ਹਰ ਜਨ ਲੋਗਾ। ਕਹਿੰਦੇ ਹਰੀ ਦਾ ਗੁਣ ਗਾਉਂਦਾ ਹੈ, ਹਰੀ ਦਾ ਜਨ ਹੈ, ਲੋਕਾਂ ਨੂੰ ਇਹ ਗਿਆਨ ਦਿੰਦਾ ਹੈ। ਵੱਡੇ ਭਾਗ ਪਾਏ ਹਰ ਨਿਰਜੋਗਾ। ਵੱਡੇ ਭਾਗ ਉਸ ਹਰੀ ਨੂੰ ਜਿਹੜਾ ਨਿਰਲੇਪ ਹੈ ਮਾਇਆ ਤੋਂ, ਉਸ ਨੂੰ ਪਾਉਂਦਾ ਹੈ। ਉਹ ਹਰੀ ਦੇ ਲੋਕ ਨੇ, ਉਹ ਫਿਰ ਜੀਵਾਂ ਨੂੰ ਹਰੀ ਦੇ ਗੁਣ ਸੁਣਾਉਂਦਾ ਹੈ। ਕਿਉਂਕਿ ਜਿਹੜੇ ਸੁਣਨ ਆਉਂਦੇ ਨੇ, ਉਹੀ ਸੁਣਨ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਪਿਆਰ ਹੈ, ਉਹਨਾਂ ਨੂੰ ਹੀ ਫਲ ਮਿਲਦਾ ਹੈ। ਜਿਹੜੇ ਇੱਛਾ ਧਾਰ ਕੇ ਆਉਂਦੇ ਨੇ, ਮਨਸਾ ਧਾਰ ਜੋ ਕਰਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾਵੇ। ਸਗਲ ਮਨੋਰਥ ਪੂਰਨ ਹੋਵੇ, ਭੇਟ ਤਾਂ ਹਰ ਦਰਸਾਇਆ ਜੀਓ। ਇੱਛਾ ਧਾਰ ਜੋ ਕਰਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾਵੇ। ਉਹਦਾ ਜਨਮ ਮਿਟ ਜਾਂਦਾ ਹੈ, ਉਸ ਦਾ ਮਨੋਰਥ ਪੂਰਾ ਹੁੰਦਾ ਹੈ। ਭੇਟ ਤੇ ਗੁਰ ਦਰਸਾਇਆ ਜੀ, ਕਿਉਂਕਿ ਉਹ ਭੇਟ ਦੇ ਅਤੇ ਗੁਰ ਦਾ ਗਿਆਨ ਦਿੰਦੇ ਨੇ ਜਿਹੜੇ ਆਉਂਦੇ ਨੇ ਆਸਾ ਦੇ। ਕਿ ਕੁਛ ਲੋਕ ਸਿਰਫ ਸੁਣਨ ਆਉਂਦੇ ਨੇ, ਉਹਨਾਂ ਦਾ ਮਕਸਦ ਪ੍ਰਭੂ ਨੂੰ ਮਿਲਣਾ ਨਹੀਂ ਹੁੰਦਾ, ਪ੍ਰਭੂ ਦੇ ਦਰਸ਼ਨ ਨਹੀਂ ਹੁੰਦੇ। ਸਿਰਫ ਇਸ ਕਰਕੇ ਆਉਂਦੇ ਨੇ ਕਿ ਦੇਖੋ ਕੀ ਕਹਿੰਦਾ ਹੈ, ਆਪਾਂ ਉਸ ਦੇ ਜੋ ਬੋਲ ਰਿਹਾ ਹੈ ਉਸ ਦੇ ਵਿੱਚੋਂ ਉਸ ਦੀਆਂ ਗਲਤੀਆਂ ਨੂੰ ਪਕੜੀਏ। ਕਿਉਂਕਿ ਕੁਛ ਲੋਕ ਗਲਤੀਆਂ ਕੱਢਣ ਵਾਸਤੇ ਹੀ ਸੁਣਦੇ ਨੇ, ਅਤੇ ਐਸੇ ਜੀਵਾਂ ਦਾ ਆਉਣਾ ਨਾ ਆਉਣਾ ਬਰਾਬਰ ਹੈ। ਕਿਉਂਕਿ ਸਤਿਗੁਰੂ ਸਮਝਾਉਂਦੇ ਨੇ ਕਿ ਜਦੋਂ ਆਪ ਪ੍ਰਭੂ ਬੁਲਾਉਂਦਾ ਹੈ, ਫਿਰ ਜਿਵੇਂ ਵੀ ਬੋਲਦਾ ਉਵੇਂ ਹੀ ਸੁਣਦਾ ਹੈ। ਪਰ ਜਿਨ੍ਹਾਂ ਦੇ ਅੰਦਰ ਪ੍ਰੀਤ ਹੈ, ਜੇ ਲਾਗੀ ਪ੍ਰੀਤ ਪ੍ਰਮ ਸਿਉ, ਜਿਉ ਬੋਲਣ ਤਿਵੈ ਸੁਹਾਨ। ਨਾਨਕ ਹਰ ਆਪੇ ਜਾਣਦਾ, ਜੇ ਲਾਈ ਪ੍ਰੀਤ ਪਿਰਨ। ਆਪ ਜਾਣਦਾ ਹੈ। ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਪੁੱਲ ਚੁੱਕ ਬੋਲਦੇ, ਭੀ ਖਰੇ ਹਰ ਪਾਣੇ। ਇਸ ਕਰਕੇ ਸਮਝਾਉਂਦੇ ਨੇ ਵੀ ਜਿਹੜੇ ਜੀਵ ਫਿਰ ਆਉਂਦੇ ਨੇ ਇੱਛਾ ਧਾਰ ਕੇ, ਉਹ ਫਿਰ ਉਸ ਪ੍ਰਭੂ ਨੂੰ ਪਾਉਂਦੇ ਨੇ, ਉਹ ਬਡਭਾਗੀ ਨੇ। ਗੁਣ ਵਿਹੂਣ ਮਾਇਆ ਮਲ ਧਾਰੀ। ਜਿਹੜਾ ਗੁਣਾਂ ਤੋਂ ਵਿਹੂਣਾ ਹੈ ਉਹ ਮਾਇਆ ਤੱਕ ਸੀਮਤ ਹੈ। ਮਾਇਆ ਕੀ ਹੈ? ਮੈਲ। ਉਸ ਨੂੰ ਮਲਧਾਰੀ ਕਹਿ ਦਿੱਤੇ ਨੇ। ਬਿਨ ਗੁਣ ਜਨਮ ਮੂਹੇ ਹੰਕਾਰੀ। ਬਿਨਾਂ ਗੁਣ ਲਿਆਂ ਇਹ ਜਨਮ ਦੇ ਨੂੰ ਹਾਰ ਕੇ ਚਲੇ ਜਾਂਦੇ ਨੇ। ਜਿਉਂਦੇ ਹੀ ਗੁਰਬਾਣੀ ਕਹਿੰਦੀ ਕਿ ਮ੍ਰਿਤਕ ਹੈ, ਨਾਮ ਤੋਂ ਜਿਹੜਾ ਵਿਹੂਣਾ ਹੈ, ਅਹੰਕਾਰੀ ਹੈ। ਜਿਉਂਦੇ ਹੀ ਐਸੇ ਲੋਕ ਮ੍ਰਿਤਕ ਨੇ। ਸਰੀਰ ਸਰੋਵਰ ਗੁਣ ਪ੍ਰਗਟ ਕੀਏ। ਸਰੀਰ ਦੇ ਵਿੱਚ 10 ਦੁਆਰਾਂ ਦਾ ਸਰੀਰ ਹੈ। ਜਦੋਂ ਗੁਣ ਪ੍ਰਗਟ ਹੋ ਜਾਂਦੇ ਨੇ, ਇਹ ਸਰੀਰ ਹੀ ਸਰੋਵਰ ਬਣ ਜਾਂਦਾ ਹੈ, ਕਿਉਂਕਿ 10 ਦੁਆਰਾਂ ਦਾ ਹੈ। ਨਾਨਕ ਗੁਰਮੁਖ ਮਤ ਤਤ ਕੱਢੀਐ। ਜਿਹੜੇ ਗੁਰਮੁਖ ਨੇ ਉਹ ਤਤ ਨੂੰ ਕੱਢਦੇ ਨੇ ਇਸ ਸਰੀਰ ਦੇ ਵਿੱਚ ਗਿਆਨ ਦੇ ਕੇ। ਘਰ 'ਚ ਹੀ ਸਰੋਵਰ ਪ੍ਰਗਟ ਹੋ ਜਾਂਦਾ, ਜਿੱਥੇ ਮਨ ਇਸ਼ਨਾਨ ਕਰਦਾ ਹੈ, ਨਾਮ ਪ੍ਰਗਟ ਹੋ ਜਾਂਦਾ ਹੈ। ਫਿਰ ਨਾਮ ਦੇ ਵਿੱਚ ਮਨ ਇਸ਼ਨਾਨ ਕਰਦਾ ਹੈ, ਕਿਉਂਕਿ ਜੋ ਹਰਿਮੰਦਰ ਸਾਹਿਬ ਹੈ ਉਹ ਆਪਣੇ ਸਰੀਰ ਦੇ 10ਵੇਂ ਦੁਆਰ ਦਾ ਨਕਸ਼ਾ ਹੈ, ਜਿੱਥੇ ਅੰਮ੍ਰਿਤ ਸਰੋਵਰ ਪ੍ਰਗਟ ਹੋ ਜਾਂਦਾ ਹੈ, ਜਿੱਥੇ ਮਨ ਇਸ਼ਨਾਨ ਕਰਦਾ ਹੈ, ਜਿੱਥੇ ਪ੍ਰਭੂ ਦੀ ਸੇਵਾ ਕਰਦਾ ਹੈ। ਆਪ ਵੀ ਤਰਦਾ ਹੈ, ਦੂਜਿਆਂ ਨੂੰ ਵੀ ਤਾਰਦਾ ਹੈ।
आओ अगला शब्द फिर आसा राग दे विच महले चौथे का शब्द है। रहो पंक्तियां ने नाम जपो गुरमुख परगासा। गुरमुख प्रकाश दे दर्शन करते ने, इस करके वो ज्ञान भी किहड़ा देंदे ने, प्रकाश दा, बिस्माद दा। बिस्माद नाद, बिस्माद भेद, बिस्माद जी, बिस्माद भेद। पर किन्हां देंदे ने? ਜਿਹੜੇ मूर्ख बन के आउंदे ने। हाँ मूर्ख मुगद सरनागति मिल गोविंद रंगा, राम राजे गुर पूरे हर पाया, हर भगत एक मंगा। मेरे मन तन नाम आधार है। हाँ मूर्ख मुगद सरनागति मिल गोविंद रंगा, राम राजे गुर पूरे हर पाया, हर भगत मंगा। मेरे मन तन शब्द विगासिया जप अंत तरंगा, मिल संत जना हर पाया, नानक सतसंगा। संत जनां नूं मिल के उस शब्द का ज्ञान लेके सच्चा दा सच का संग प्राप्त होंदा है। पर कदों? जदों मूर्ख अपने आप नूं समझ के फिर शरनागत दे विच आउंदे हन। फिर उत्थे भेद दिता जांदा है, बिस्माद नाद, बिस्माद वेद, बिस्माद जी, बिस्माद भेद, बिस्माद रूप, बिस्माद रंग, बिस्माद नागे फिरे जंत। बिस्माद दा भेद, फिर बिस्माद सब कासे चो बिस्माद ही नज़र आउंदा है। बिस्माद पौण, बिस्माद पानी, बिस्माद अग्नि खेडै बिडाणी, बिस्माद धरती, बिस्माद खाणी, बिस्माद साध लगै प्राणी। बिस्माद संजोग, बिस्माद विजोग, बिस्माद भुख, बिस्माद भोग, बिस्माद सिफत, बिस्माद सलाह, बिस्माद उज्जल, बिस्माद राह, बिस्माद नेड़ै, बिस्माद दूर, बिस्माद वेखै हाजरा हजूर। वेख विलान रहा बिस्माद, कहते देख के उसनूं आनंद दे विच है। नानक बुझण पूरे भाग। पर जिहड़े पूरे भागां वाले ने, जिन्हों प्रभु खुश होंदा है, वो उसनूं बुझा देंदा है। वो फिर बिस्माद दा ही ज्ञान है सारा ही, क्योंकि एक पासे बिस्माद है, एक पासे कुदरत है। कुदरत दे विच ही बिस्माद गुप्त है, ते जिहड़े हुक्म विच चलदे ने वो फिर उसनूं देखदे ने। कुदरत की है? जिहड़ी सारी अखां नाल दिसदी है। जो भी आपां देखते हाँ, खांदे हाँ, पींदे हाँ, पहनते हाँ, प्यार करते हाँ, दुख सुख, ये सारी कुदरत है। जिन्होंने महाराज समझाते ने, कुदरत दिसै, कुदरत सुनिया, कुदरत पाओ सुख सार, कुदरत पाताली आकाशी, कुदरत सर्व प्यार, कुदरत खाना पीना पहनन, कुदरत सर्व आकार, कुदरत जाति जिनसी रंगी, कुदरत जी जहान, कुदरत नेकियां, कुदरत बदियां, कुदरत मान अभिमान, कुदरत पौन पानी बसंतर, कुदरत धरती खाक, सब तेरी कुदरत तू कादर करता पाकी नाई पाक। नानक हुक्मे अंदर वेखै वरतै ताको ताक। जे हुक्मे विच हुक्म च आके देखांगे उसनूं, फिर सानू कुदरत दे विच ही बसदा दिसदा है। बलिहारी कुदरत बसिया तेरा अंत न जाए लखिया। किवें दिखदा है? जात मैं जोत, जोत मैं जात। पहलां अपने सीर च जोत नूं पहचानदे हाँ, फिर जोत द्वारा उसनूं पहचानदे हाँ। अकल सिखदे हाँ, अकल कला भरपूर है। अकल किरत है, अकलं किरत है, सर्वा किरत है, करता कर है, हरता हर है। कहते अकल द्वारा यही किरत है असली सारिਆਂ वास्ते। अकलं किरत है, सर्वा किरत है, करता कर है, करने वाला हरि है, हरता हर है, परमात्मा है, सर्वात्मा है। वही परमात्मा है, सारिਆਂ ਦੇ अंदर वही उसे दी आत्मा है। आत्म वस है। जदों मन आत्म वस हो जाता है, जस के जस है, फिर सारे सारे जसां तो उपर जस है, जड़ा सारी वड़ियाई तो उपर वड़ियाई है प्रभु दी। क्योंकि जद मन आत्म वस हो जाता है, फिर आत्म परमात्म रूप होके साडे चो बोलता है, फिर वो ज्ञान देता है। इस करके समझाते ने, नाम बिना मैं धर नहीं काई। कहते नाम तो बिना होर कोई तर नहीं, होर कोई आसरा नहीं, होर कोई टेक नहीं है। नाम रविया सब सा सगरासा।
ਨਾਮ ਹੀ ਰਵਿਆ ਹੈ ਸਾਰੇ ਪਾਸੇ। ਜਿੱਥੋਂ ਸਵਾਸ ਲੈਂਦੇ ਬਾਹਰ ਆਉਂਦੇ, ਇੱਥੋਂ ਹੀ ਨਾਮ ਦਾ ਖੇਡ ਸ਼ੁਰੂ ਹੋ ਜਾਂਦਾ ਹੈ। ਜਦੋਂ ਇੱਕ ਦ੍ਰਿਸ਼ਟ ਹੋ ਜਾਂਦੇ ਹਾਂ, ਪੌਣ ਵੱਖ ਹੋ ਜਾਂਦੀ, ਨਾਮ ਵੱਖ ਹੋ ਜਾਂਦਾ ਹੈ, ਫਿਰ ਨਾਮ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ, ਆਪਣੇ ਅੱਖਾਂ ਤੋਂ, ਕਿਉਂਕਿ ਆ ਸਾਰਾ ਪ੍ਰਕਾਸ਼ ਹੀ ਹੋ ਜਾਣਾ ਹੈ। ਮੁਖ ਵੀ ਪ੍ਰਕਾਸ਼ ਹੋ ਜਾਣਾ ਹੈ, ਫਿਰ ਪ੍ਰਕਾਸ਼ ਹੀ ਪ੍ਰਕਾਸ਼ ਹੈ, ਫਿਰ ਪ੍ਰਕਾਸ਼ ਨੂੰ ਹੀ ਦੇਖਦੇ ਹਾਂ। ਫਿਰ ਜਿਹੜੇ ਗੁਰਮੁਖ ਨੇ ਉਸ ਪ੍ਰਕਾਸ਼ ਦੀ ਗੱਲ ਕਰਦੇ ਨੇ, ਕਿਉਂਕਿ ਨਹੀਂ ਤਾਂ ਪ੍ਰਕਾਸ਼ ਦਾ ਭੇਦ ਨਹੀਂ, ਤ੍ਰੈ ਗੁਣਾਂ ਦੀਆਂ ਹੀ ਵਿਚਾਰਾਂ ਕਰਦੇ ਨੇ। ਆਓ ਹੁਣ ਅਪਸ਼ਬਦ ਸ਼ੁਰੂ ਕਰਦੇ ਹਾਂ। ਨਾਮ ਸੁਣੀ ਨਾਮ ਮਨ ਪਾਵੇ। ਕਹਿੰਦੇ ਹੁਣ ਨਾਮ ਹੀ ਮਨ ਨੂੰ ਪਾਉਂਦਾ ਹੈ, ਨਾਮ ਹੀ ਸੁਣਦੇ, ਕਿਉਂਕਿ ਗੁਰਮੁਖਾਂ ਤੋਂ ਗੁਰਮੁਖ ਨਾਮ ਦਾ ਭੇਦ ਦਿੰਦੇ ਨੇ। ਨਾਮ ਕੀ ਹੈ? ਪ੍ਰਕਾਸ਼। ਕਿਹਨਾਂ ਤੋਂ ਮਿਲਦਾ ਹੈ? ਜਿਹੜੇ ਹਰੀ ਦੇ ਜਨ ਨੇ, ਉਹ ਸਾਨੂੰ ਸਤਿਗੁਰ ਦੇ ਕੋਲ ਲੈ ਕੇ ਜਾਂਦੇ ਨੇ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਕਿਵੇਂ ਜਾਂਦੇ ਨੇ? ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਿ ਅਸੀਂ ਕੀਰੇ ਕਿਰਮ ਹਾਂ, ਸਤਿਗੁਰ ਦੀ ਸ਼ਰਨ ਵਿੱਚ ਆਏ ਹਾਂ। ਕਰ ਦਿਆ ਨਾਮ ਪ੍ਰਗਾਸ, ਵੀ ਮੇਰੇ 'ਤੇ ਦਇਆ ਕਰਕੇ ਮੈਨੂੰ ਵੀ ਨਾਮ ਪ੍ਰਗਾਸ ਕਰੋ। ਜਦੋਂ ਇਹ ਬੇਨਤੀ ਕਰਦਾ ਹੈ ਜੀਵ, ਫਿਰ ਸਮਝਾਉਂਦੇ ਮੇਰੇ ਮੀਤ ਗੁਰਦੇਵ। ਕਹਿੰਦੇ ਮੇਰੇ ਮਿੱਤਰ ਗੁਰਦੇਵ ਨੇ ਮੋਕੋ ਰਾਮ ਨਾਮ ਪ੍ਰਗਾਸ, ਵੀ ਮੈਨੂੰ ਰਾਮ ਨਾਮ ਪ੍ਰਗਾਸ ਕਰ ਦਿੱਤਾ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਹੁਣ ਗੁਰ ਦੀ ਮਤ ਲੈ ਕੇ ਪ੍ਰਾਣਾ ਤੋਂ ਸਖਾਈ ਹੋ ਗਿਆ ਨਾਮ। ਹਰ ਕੀਰਤ ਹਮਰੀ ਰਹਿ ਰਾਸ। ਹੁਣ ਹਰੀ ਦੀ ਕੀਰਤ ਇਹ ਸਾਡੀ ਰਹਿ ਰਾਸ ਹੈ। ਇਸ ਕਰਕੇ ਨਾਮ ਕੀ ਹੈ? ਪ੍ਰਕਾਸ਼। ਦਰਗਾਹ ਨਾਮ ਹਦੂਰ, ਗੁਰਮੁਖ ਜਾਣ ਸੀ। ਗੁਰਮੁਖ ਜਾਣਦੇ ਨੇ, ਸਾਹਮਣੇ ਹੀ ਨਾਮ ਪ੍ਰਗਟ ਹੋ ਜਾਂਦਾ ਹੈ, ਨਾਮ ਹੀ ਪਾਉਂਦਾ ਹੈ। ਵੱਡੇ ਭਾਗ ਗੁਰਮੁਖ ਹਰ ਪਾਵੇ। ਵੱਡੇ ਭਾਗਾਂ ਨਾਲ ਜਿਹੜੇ ਗੁਰਮੁਖ ਨੇ ਹਰੀ ਨੂੰ ਪਾਉਂਦੇ ਨੇ, ਹਰੀ ਫਿਰ ਉਹਨਾਂ ਨੂੰ ਨਾਮ ਦਾ ਖਜ਼ਾਨਾ ਦਿੰਦਾ ਹੈ। ਫਿਰ ਉਹ ਜੀਵ ਨਾਮ ਦਾ ਗਿਆਨ ਦਿੰਦੇ ਨੇ, ਪ੍ਰਕਾਸ਼ ਕਰਵਾਉਂਦੇ ਨੇ। ਕਿਵੇਂ ਆਪਾਂ ਪ੍ਰਕਾਸ਼ ਨੂੰ ਦੇਖਣਾ ਹੈ, ਕਿਵੇਂ ਆਪੇ ਰੂਪ ਨੂੰ ਪ੍ਰਕਾਸ਼ ਰੂਪ ਕਰਨਾ ਹੈ। ਨਾਮੈ ਸੁਰਤ ਸੁਣੀ ਮਨ ਪਾਈ। ਫਿਰ ਸੁਰਤੀ ਨਾਮ ਨੂੰ ਸੁਣਦੀ ਹੈ। ਫਿਰ ਜਿਨ੍ਹਾਂ ਨੂੰ ਸੁਣ ਕੇ, ਨਾਮ ਕੀ ਹੈ? ਸ਼ਬਦ, ਗਿਆਨ, ਗੁਰ, ਜਿਨ੍ਹਾਂ ਨੂੰ ਫਿਰ ਪਾ ਜਾਂਦੀ ਹੈ। ਨਾਮੈ ਸੁਰਤ ਸੁਣੀ ਮਨ ਪਾਈ। ਕਹਿੰਦੇ ਸੁਣੀ ਪਹਿਲਾਂ ਨਾਮ ਸੁਰਤੀ ਦੁਆਰਾ, ਫਿਰ ਉਹ ਮਨ ਨੂੰ ਪਾ ਗਈ। ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸਖਾਈ। ਫਿਰ ਜਿਨ੍ਹਾਂ ਨੂੰ ਇਹ ਪਾ ਜਾਂਦਾ ਹੈ ਗਿਆਨ, ਫਿਰ ਜਿਹੜੇ ਉਸ ਨੂੰ ਸੁਣਾਉਂਦੇ ਨੇ ਉਹ ਮੇਰੇ ਮਿੱਤਰ ਨੇ। ਕਹਿੰਦੇ ਜੋ ਨਾਮ ਸੁਣਾਵੇ ਸੋ ਮੀਤ, ਸੋ ਮੇਰਾ ਮੀਤ ਸਖਾਈ। ਉਹੀ ਮੇਰਾ ਅਸਲੀ ਮਿੱਤਰ ਹੈ, ਉਹੀ ਮੇਰਾ ਸਖਾ ਹੈ। ਨਾਮਹੀਨ ਗਏ ਮੂੜ ਨੰਗਾ। ਜਿਹੜੇ ਨਾਮ ਤੋਂ ਹੀਨ ਨੇ ਉਹ ਇੱਥੋਂ ਗੁਆ ਕੇ ਜਾਂਦੇ। ਉਹ ਮੂਰਖ ਨੇ, ਇੱਥੇ ਕੁਛ ਖੱਟ ਕੇ ਨਹੀਂ ਜਾਂਦੇ, ਗੁਆ ਕੇ ਜਾਂਦੇ ਨੇ, ਨੰਗ ਹੋ ਕੇ ਜਾਂਦੇ ਨੇ। ਕਿਉਂਕਿ ਜੋ ਨਾਲ ਜਾਣਾ ਸੀ ਉਹ ਨਾਮ ਜਾਣਾ ਸੀ, ਨਾਮ ਉਸ ਨੇ ਪ੍ਰਾਪਤ ਨਹੀਂ ਕੀਤਾ। ਜਿਹੜੀ ਚੀਜ਼ਾਂ ਪ੍ਰਾਪਤ ਕਰਦੇ ਰਹੇ ਉਹ ਇੱਥੇ ਰਹਿ ਜਾਂਦੀਆਂ ਨੇ। ਇਸ ਕਰਕੇ ਨੰਗੇ ਪਕੜ ਕੇ ਲੈ ਕੇ ਜਾਂਦੇ ਨੇ। ਕਿਉਂਕਿ ਅੱਜ ਜਿਹੜਾ ਤਨ ਮਰੂਪੀ ਕੱਪੜਾ ਮਨ ਨੇ ਪਹਿਨਿਆ ਹੈ, ਜਿਹਨੂੰ ਲੰਗੋਟੀ ਕਿਹਾ ਬਾਬਾ ਕਬੀਰ ਜੀ ਨੇ, ਇਹ ਵੀ ਇੱਥੇ ਰਹਿ ਜਾਂਦੀ ਹੈ, ਇਹ ਵੀ ਨਹੀਂ ਨਾਲ ਜਾਣੀ। ਕਬੀਰ ਕੌਡੀ ਕੌਡੀ ਜੋਰ ਕਹਿ, ਜੋਰੇ ਲੱਖ ਕਰੋੜ, ਅੰਤੇ ਵਾਰ ਨਾ ਕਿਛ ਮਿਲਿਓ, ਲਈ ਲੰਗੋਟੀ ਤੋਰ। ਇਹ ਤਨ ਵੀ ਇੱਥੇ ਰਹਿ ਗਿਆ, ਨੰਗਾ ਲੈ ਜਾਂਦਾ ਹੈ। ਐਸੇ ਮੂਰਖ ਨੇ ਜਿਹੜੇ ਨਾਮ ਤੋਂ ਬਿਨਾਂ ਫਿਰ ਨੰਗੇ ਜਾਂਦੇ ਨੇ ਸੰਸਾਰ। ਨੰਗਾ ਦੋਜ ਕਚਾਲਿਆ ਤਾਂ ਦਿਸੈ ਖਰਾ ਡਰਾਵਣਾ। ਪਚ ਪਚ ਮੂਏ ਬਿਖ ਦੇਖ ਪਤੰਗਾ। ਕਹਿੰਦੇ ਇੱਥੇ ਪਚ ਪਚ ਕੇ ਮਰਦੇ ਨੇ। ਕੀ ਦੇਖਦੇ ਨੇ? ਬਿਖ। ਜਿਵੇਂ ਪਤੰਗਾ ਹੈ, ਪਤੰਗਾ ਅਗਨ 'ਤੇ ਜਾ ਕੇ ਸੜਦਾ ਹੈ, ਇੱਦਾਂ ਮਾਇਆ ਤੱਕ ਸੀਮਤ ਹੋਣ ਕਰਕੇ ਮਾਇਆ ਨੂੰ ਅਗਨ ਕਿਹਾ ਹੈ। ਅਤੇ ਇੱਥੇ ਹੀ ਪਚ ਪਚ ਕੇ ਮਰ ਜਾਂਦੇ ਨੇ ਜੀਵ। ਅਖੀਰ ਨਾਲ ਕੁਛ ਨਹੀਂ ਜਾਂਦਾ, ਨਾਮ ਤੋਂ ਬਿਨਾਂ ਜਾਣਾ ਹੀ ਨਹੀਂ। ਫਿਰ ਪਕੜ ਕੇ ਜਮ ਨੰਗੇ ਨੂੰ ਲੈ ਕੇ ਜਾਂਦੇ ਨੇ, ਸਜ਼ਾਵਾਂ ਦਿੰਦੇ। ਆਪੇ ਥਾਪ ਆਪੇ ਥਾਪੇ ਥਾਪ ਉਥਾਪੇ। ਆਪ ਪਰਮੇਸ਼ਰ ਥਾਪਣ ਵਾਲਾ ਹੈ,
ਉਥਾਪ ਕੇ, ਕਿਉਂਕਿ ਜਿਹੜਾ ਪਹਿਲਾ ਰੂਪ ਉਸ ਨੂੰ ਮਿਟਾ ਕੇ ਨਵਾਂ ਰੂਪ ਪ੍ਰਗਟ ਕਰ ਦਿੰਦਾ ਹੈ। ਅਸਥੂਲ ਤੋਂ ਪ੍ਰਕਾਸ਼ ਰੂਪ ਅਸਥੂਲ ਨੂੰ ਢਾ ਦਿੰਦਾ ਹੈ, ਪ੍ਰਕਾਸ਼ ਰੂਪ ਪ੍ਰਗਟ ਕਰ ਦਿੰਦਾ ਹੈ। ਨਾਨਕ ਨਾਮ ਦੇਵੈ ਹਰ ਆਪੇ, ਆਪ ਨਾ ਪਰਮੇਸ਼ਰ ਸਾਨੂੰ ਨਾਮ ਦਿੰਦਾ ਹੈ, ਕੋਈ ਜੀਵ ਨਹੀਂ ਦੇ ਸਕਦਾ। ਇਸ ਕਰਕੇ ਸੰਸਾਰ 'ਚੋਂ ਕੁਛ ਵੀ ਨਹੀਂ ਮਿਲਦਾ, ਮਨ ਦੇ ਵਾਸਤੇ ਕੁਛ ਵੀ ਨਹੀਂ ਹੈ। ਮਨ ਨੇ ਜੋ ਲੈਣਾ ਹੈ ਸਾਹਮਣੇ ਪ੍ਰਭੂ ਹੈ, ਅੰਤਰਗਤ ਜਾ ਕੇ ਪ੍ਰਭੂ ਦੀ ਸ਼ਰਨ ਵਿੱਚ ਜਾ ਕੇ ਮਿਲਦਾ ਹੈ। ਹੋਰ ਕਿਤੋਂ ਸਾਨੂੰ ਮਨ ਦਾ ਕੁਛ ਨਹੀਂ ਮਿਲਣਾ, ਤਨ ਦੇ ਸੰਸਾਰ 'ਚੋਂ ਮਿਲਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਹੁਣ ਆਪਾਂ ਨਾਲ ਅਭਿਆਸ ਕਰੀਏ, ਪ੍ਰੇਮ ਭਗਤੀ ਕਰੀਏ, ਧਿਆਈਏ, ਕਿਉਂਕਿ ਧਿਆਉਣਾ ਹੀ ਅਸਲੀ ਭਗਤੀ ਹੈ। ਪਰਮੇਸ਼ਰ ਧਿਆਉਣ ਦੇ ਵਿੱਚ ਹੀ ਹੈ। ਸਮਝ ਕੇ ਗੁਣ ਸਿੱਖ ਕੇ ਕਿ ਕਿਵੇਂ ਧਿਆਉਣਾ ਹੈ, ਇਹ ਗੁਰ ਹੈ, ਜੁਗਤੀ ਹੈ। ਲੇਕਿਨ ਆਪਾਂ ਧਿਆਈ ਸਕਦੇ ਹਾਂ, ਹੋਰ ਕੁਛ ਨਹੀਂ ਕਰ ਸਕਦੇ। ਜਿਹੜੇ ਧਿਆਉਣਗੇ, ਨੇਤਰਾਂ ਦੁਆਰਾ ਹੀ ਭਗਤੀ ਹੈ, ਨਦਰਾਂ ਦੁਆਰਾ ਹੀ ਸੇਵਾ ਹੈ। ਨਦਰੀ ਸਤਿਗੁਰ ਸੇਵੀ ਹੈ। ਸਤਿਗੁਰ ਦੀ ਸੇਵਾ ਕਿਹਦੇ ਨਾਲ? ਨਦਰਾਂ ਨਾਲ। ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਸ ਆਵੈ, ਨਦਰੀ ਮਨ ਨਿਰਮਲ ਹੋਏ। ਇੱਥੇ ਨਦਰਾਂ ਦਾ ਕਰਮ ਹੈ, ਨਦਰਾਂ ਦੁਆਰਾ ਹੀ ਆਪਾਂ ਪਾਰ ਲੰਘਣਾ ਹੈ। ਜਿਹੜੀ ਸਿੱਖੀ ਸਾਡੀ ਹੈ, ਜਿਹਨੂੰ ਮੇਰਾ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਸਿਰਫ ਨਦਰਾਂ ਦਾ ਕਰਮ ਹੈ। ਨਦਰਾਂ ਦੁਆਰਾ ਕਿਵੇਂ ਆਪਾਂ ਜਾਣਾ ਹੈ, ਕਿਵੇਂ ਇੱਕ ਦ੍ਰਿਸ਼ਟ ਹੋਣਾ ਹੈ, ਕਿਵੇਂ ਪ੍ਰਭੂ ਦੇ ਚਰਨਾਂ ਜੁੜਨਾ ਹੈ, ਕਿਵੇਂ ਪ੍ਰਭੂ ਖੁਸ਼ ਹੋ ਕੇ ਪ੍ਰਗਟ ਹੁੰਦਾ ਹੈ, ਕਿਵੇਂ ਸਾਡੇ ਔਗਣ ਬਖਸ਼ ਦਿੰਦਾ ਹੈ, ਸਾਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ, ਸਾਡੇ ਪਿਛਲੇ ਔਗਣ ਬਖਸ਼ ਦਿੰਦਾ ਹੈ, ਅੱਗੇ ਫਿਰ ਸਾਨੂੰ ਸੱਚੇ ਮਾਰਗ 'ਤੇ ਚਲਾ ਦਿੰਦਾ ਹੈ। ਕਿਉਂਕਿ ਜਦ ਤੱਕ ਸਾਨੂੰ ਇਹ ਗਿਆਨ ਨਹੀਂ, ਆਪਾਂ ਜੋ ਪਹਿਲੇ ਅਪਰਾਧ ਕੀਤੇ ਹਨ, ਮਨ ਸੁੱਤਾ ਹੈ, ਉਹ ਪੰਜਾਂ ਨੇ ਸਾਨੂੰ ਭਰਮ 'ਚ ਪਾ ਕੇ ਅਪਰਾਧ ਕਰਾਏ ਨੇ। ਅਤੇ ਫਿਰ ਜਦੋਂ ਪ੍ਰਭੂ ਦੀ ਸ਼ਰਨ ਜਾਂਦਾ ਹੈ, ਫਿਰ ਉਹ ਸਾਡੇ ਗੁਨਾਹ ਬਖਸ਼ ਦਿੰਦਾ ਹੈ, ਅਤੇ ਫਿਰ ਸਾਨੂੰ ਅੱਗੇ ਮਾਰਗ 'ਤੇ ਪਾਉਂਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜੈਸੇ ਪਾਲਕ ਪਾਏ ਸੋ ਪਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਤੀ, ਬਹੁਤ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਦੇਵੇ ਪ੍ਰਭ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਫਿਰ ਸਾਨੂੰ ਅੱਗੇ ਸਹੀ ਰਸਤੇ ਤੋਰਦਾ ਹੈ। ਆਓ ਕਿਵੇਂ ਜਾਣਾ ਹੈ, ਕਿਵੇਂ ਧਿਆਉਣਾ ਹੈ, ਕਿਉਂਕਿ ਨੇਤਰਾਂ ਦਾ ਕੰਮ ਹੈ, ਨਦਰਾਂ ਦਾ ਕੰਮ ਹੈ। ਦੋ ਨੇਤਰ ਨੇ, ਦੋ ਨੇਤਰ ਜਦ ਤੱਕ ਇੱਕ ਨਹੀਂ ਹੁੰਦੇ, ਇੱਕ ਹੋਣਾ ਕੀ ਹੈ? ਇਸ ਨੇਤਰ ਨੇ ਸੱਜੇ ਨੇ ਖੱਬੇ ਸਮਾਉਣਾ ਹੈ। ਇਸ ਨੂੰ ਆਪਾਂ ਇਸ ਪੁਆਇੰਟ 'ਤੇ ਲੈ ਆਉਣਾ ਹੈ, ਇੱਥੇ ਹੈ। ਇਹ ਸੂਰਜ ਇੱਥੋਂ ਫਿਰ ਸਾਹਮਣੇ ਹੋ ਜਾਂਦੇ ਆਮੋ ਸਾਹਮਣੇ। ਇਹ ਦਿਸ਼ਾਵਾਂ ਨੇ ਆਪਣੇ ਸਰੀਰ ਦੇ ਵਿੱਚ, ਇੱਧਰ ਪੱਛਮ ਹੈ, ਇੱਧਰ ਪੂਰਬ ਹੈ, ਇੱਧਰ ਦੱਖਣ ਹੈ, ਇੱਧਰ ਉੱਤਰ ਹੈ। ਉੱਤਰ, ਦੱਖਣ, ਪੂਰਬ, ਪੱਛਮ। ਹੁਣ ਮਨ ਨੇ ਸਭ ਤੋਂ ਪਹਿਲਾਂ ਇਹ ਨੇਤਰ ਜਿਹੜਾ ਸੂਰਜ ਹੈ, ਇਹ ਚੰਦਰਮਾ ਹੈ ਨਾ, ਇਹ ਸੂਰਜ ਹੈ, ਇਹ ਚੰਦਰਮਾ ਹੈ। ਇਸ ਨੂੰ ਆਪਾਂ ਇੱਥੇ ਲੈ ਆਉਣਾ, ਪੱਛਮ ਵਾਲੇ ਪਾਸੇ। ਸੂਰਜ ਪੂਰਬ ਵਾਲੇ ਪਾਸੇ, ਆਪਣਾ ਚੰਦਰਮਾ ਪੂਰਬ ਵਾਲੇ ਪਾਸੇ, ਅਤੇ ਸੂਰਜ ਪੱਛਮ ਵਾਲੇ ਪਾਸੇ ਆ ਜਾਏਗਾ, ਅਤੇ ਸੂਰਜ ਚੰਦਰਮਾ ਆਮੋ ਸਾਹਮਣੇ ਹੋ ਜਾਣਗੇ, ਅਤੇ ਸਾਨੂੰ ਪ੍ਰਕਾਸ਼ ਹੋ ਜਾਏਗਾ। ਕਿਉਂਕਿ ਜਦ ਤੱਕ ਦੋਨੋਂ ਇੱਕੋ ਦਿਸ਼ਾਵਾਂ ਦੇ ਵਿੱਚ ਨੇ, ਚੰਦਰਮਾ ਚਮਕਦਾ ਨਹੀਂ, ਰਾਤ ਅੰਧੇਰੀ ਹੁੰਦੀ ਹੈ। ਸਾਡੇ ਜੀਵਨ ਨੂੰ ਰਾਤ ਕਿਹਾ ਹੈ, ਸਾਡੇ ਜੀਵਨ 'ਚ ਅੰਧੇਰਾ ਹੈ। ਜਦੋਂ ਸੂਰਜ ਪੱਛਮ ਪਾਸੇ ਹੁੰਦਾ ਅਤੇ ਪੂਰਬ ਤੋਂ ਚੰਦਰਮਾ ਚੜ੍ਹਦਾ ਹੈ, ਸੂਰਜ ਦੀ ਰੋਸ਼ਨੀ ਚੰਦਰਮਾ 'ਤੇ ਪੈਂਦੀ ਅਤੇ ਚੰਦਰਮਾ ਚਮਕਦਾ ਹੈ, ਅਤੇ ਰਾਤ ਨੂੰ ਚਾਨਣੀ ਹੁੰਦੀ ਹੈ। ਰਾਤ ਜਿਵੇਂ ਕੱਲ੍ਹ ਹਾਲੇ ਪੂਰਨਮਾ
ਅਸੀਂ ਅੱਜ ਵੀ ਰਾਤ ਚਾਨਣੀ ਹੋਏਗੀ, ਕਿਉਂਕਿ ਹੁਣ ਫਿਰ ਹੌਲੀ ਹੌਲੀ ਕੀ ਹੋਏਗਾ ਕਿ ਇਸ ਨੇ ਉੱਧਰ ਹੋਣ ਲੱਗ ਜਾਣਾ, ਇੱਕ ਦਿਨ ਦੋਨੇ ਇੱਕ ਦਿਸ਼ਾ ਚਲੇ ਜਾਂਦੇ ਨੇ, ਅੰਧੇਰੀ ਰਾਤ ਹੋ ਜਾਂਦੀ ਹੈ। ਸੋ ਆਪਾਂ ਵੀ ਸੂਰਜ ਨੂੰ ਇਸ ਪਾਸੇ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਆਹ ਰਸਤਾ, ਇਹ कहनो असर नदी, ਇਹਨੂੰ ਆਪਾਂ ਬੰਦ ਕਰ ਦੇਣਾ। असर नदी का बंदा मूल पश्चिम फेर चढ़ाइए सूर, ਇਹ ਸੂਰਜ ਨੂੰ ਪੱਛਮ ਅਜਰ ਜਰੇ। ਹੁਣ ਅਜਰ ਨੂੰ ਜਿਹਨੇ ਜਰ ਲੈ, ਸੁਣ ਕੇ ਜਿਨ੍ਹਾਂ ਨੂੰ ਵਿਸ਼ਵਾਸ ਹੋ ਗਿਆ, ਅਜਰ ਜਰੇ ਤਾਂ ਨਿਜਰ ਚਰੇ, ਤੇ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਪ੍ਰਭੂ ਵੀ ਪ੍ਰਗਟ ਹੋ ਜਾਂਦਾ, ਜਗਨਨਾਥ ਸਿਓ ਗੋਸ਼ਟ ਕਰੇ। ਸੋ ਆਓ ਆਪਾਂ ਦੇਖਣਾ ਹੈ ਦੋਨਾਂ ਨੇਤਰਾਂ ਨੂੰ, ਇੱਥੇ ਫੋਕਸ ਕਰਨਾ ਹੈ ਦ੍ਰਿਸ਼ਟੀ ਨੂੰ। ਇਹ ਦੇਖਣਾ ਹੈ ਕਿ ਇੱਕ ਦ੍ਰਿਸ਼ਟ ਜਾਂ ਦੋ ਦ੍ਰਿਸ਼ਟ ਆਪਣੇ ਆਪ। ਜੇਕਰ ਨੱਕ ਨਜ਼ਰ ਆਉਂਦਾ, ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ ਅਸੀਂ ਦੋ ਦ੍ਰਿਸ਼ਟ 'ਚ ਹਾਂ। ਜੇਕਰ ਨੱਕ ਨਜ਼ਰ ਨਹੀਂ ਦਿਸਦਾ, ਇੱਕ ਦ੍ਰਿਸ਼ਟ ਹਾਂ। ਜੇ ਦਿਸਦਾ, ਫਿਰ ਆਪਾਂ ਇਹ ਦੇਖਣਾ ਕਿ ਕਿਸ ਪਾਸੇ ਤੋਂ ਦਿਸਦਾ ਹੈ, ਸੱਜੇ ਦਿਸਦਾ ਹੈ, ਖੱਬੇ ਜਾਂ ਦੋਨੋਂ ਪਾਸੇ ਤੋਂ। ਕਿਸੇ ਦਾ ਧਿਆਨ ਜ਼ਿਆਦਾ ਇਸ ਪਾਸੇ ਹੈ, ਚੰਦਰਮਾ ਸੂਰਜ ਵਾਲੇ ਘਰ ਹੁੰਦਾ ਹੈ, ਇੱਧਰਲੇ ਪਾਸੇ ਬੈਰ ਵਿਰੋਧ ਹੈ। ਜਦੋਂ ਇਹ ਇੱਧਰ ਆ ਜਾਂਦਾ ਹੈ, ਬੈਰ ਵਿਰੋਧ ਖਤਮ ਹੋ ਜਾਂਦਾ ਹੈ, ਕਿਉਂਕਿ ਗਿਆਨ ਹੋ ਜਾਂਦਾ ਹੈ। ਫਿਰ ਆਪਾਂ ਇੱਥੇ ਦੇਖਣਾ ਹੈ ਜਦੋਂ ਵੀ ਕਿਸ ਪਾਸੇ ਹੈ, ਇੰਨਾ ਦੇਖ ਕੇ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ, ਮੇਰੇ ਵੱਲ ਦੇਖ ਲਓ ਕਿਵੇਂ ਕਰਨਾ ਹੈ। ਜੇ ਕੋਈ ਨਵਾਂ ਜੀਵ ਹੈ, ਪਹਿਲਾਂ ਇਸ ਪੁਆਇੰਟ 'ਤੇ ਆਪਣੀ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ। ਜੇ ਨਹੀਂ ਦਿਸਦਾ, ਇੱਕ ਦ੍ਰਿਸ਼ਟ ਹਾਂ। ਜੇ ਦਿਸਦਾ, ਦੋ ਦ੍ਰਿਸ਼ਟ ਹਾਂ। ਜੇ ਦਿਸਦਾ ਹੈ, ਫਿਰ ਇਹ ਦੇਖਣਾ ਵੀ ਕਿਸ ਪਾਸੇ ਤੋਂ ਦਿਸਦਾ ਹੈ, ਕਿਉਂਕਿ ਬਹੁਤ ਸਮਝਣ ਦੀ ਗੱਲ ਹੈ। ਜੇ ਆਪਾਂ ਸਮਝ ਲਵਾਂਗੇ, ਫਿਰ ਧਿਆਨ ਲਾ ਕੇ ਬਾਅਦ 'ਚ ਸਾਨੂੰ ਪਤਾ ਲੱਗ ਜਾਏਗਾ ਵੀ ਹਾਂ, ਵਾਕਈ ਹੀ ਅਸੀਂ ਇੱਕ ਦ੍ਰਿਸ਼ਟ ਹੋ ਗਏ ਹਾਂ। ਜੇ ਆਪਾਂ ਦੇਖ ਲਾਂਗੇ ਵੀ ਕਿ ਸੱਜੇ ਹੈ, ਖੱਬੇ ਹੈ ਜਾਂ ਦਵੱਲੇ ਹੈ, ਸਾਰਾ ਦੇਖ ਲਾਂਗੇ। ਉਸ ਤੋਂ ਬਾਅਦ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਇੱਥੋਂ ਸਾਹਮਣੇ ਦੇਖਾਂਗੇ। ਫਿਰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕ ਦਾਂਗੇ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਧਿਆਨ ਸਾਹਮਣੇ ਲੈ ਕੇ ਆਵਾਂਗੇ। ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਇੱਥੇ ਸਮ ਕਰਕੇ ਦੇਖਾਂਗੇ, ਦ੍ਰਿਸ਼ਟੀ ਫੋਕਸ ਕਰਕੇ। ਫਿਰ ਦੇਖਣਾ ਹੈ ਜੇ ਕੋਈ ਨਵਾਂ ਜੀਵ ਹੈ, ਜਿੱਦਾਂ ਕਿ ਦਿਸਦਾ ਸੀ ਪਹਿਲਾਂ, ਕਿ ਹੁਣ ਦਿਸਣੋਂ ਹਟ ਗਿਆ। ਕਿਉਂਕਿ ਜਦੋਂ ਧਿਆਨ ਸਾਡਾ ਛੂ ਗਿਆ, ਤੇ ਪਰਮੇਸ਼ਰ ਨੇ ਸਾਨੂੰ ਦੋ ਤੋਂ ਇੱਕ ਕਰਨਾ ਹੈ। ਉਸਨੇ ਸਾਡੇ ਇਸ ਨੂੰ ਇਸ 'ਚ ਸਮਾ ਦੇਣਾ ਹੈ। ਤੇ ਇਸ ਪਾਸੇ ਜਿਹੜੀ ਚੰਦਰਮਾ ਦੀ ਜੋਤ ਅਪਾਰ ਹੋ ਜਾਣੀ ਹੈ। ਤੇ ਫਿਰ ਆਪਾਂ ਇੱਕ ਦ੍ਰਿਸ਼ਟ ਹੋ ਕੇ ਫਿਰ ਆਪਾਂ ਧਿਆਵਾਂਗੇ ਪਹਿਲਾਂ ਨੀਚੇ, ਜਿਵੇਂ ਸਮਾਂ ਹੋਇਆ। ਆਓ ਨੇਤਰ ਸਮ ਕਰਕੇ ਆਪਣੇ ਆਪ ਨੂੰ ਥੋੜ੍ਹਾ ਦੇਖੀਏ, ਪਰਖੀਏ, ਸਮ ਕਰਕੇ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਜਾਂ ਦੋ ਦ੍ਰਿਸ਼ਟ। ਜੇ ਦੋ ਦ੍ਰਿਸ਼ਟ, ਕਿਸ ਪਾਸੇ ਧਿਆਨ ਹੈ, ਇੰਨਾ ਦੇਖੋ। ਫਿਰ ਆਵਾਜ਼ ਦੇਵਾਂਗਾ, ਫਿਰ ਅੱਗੇ ਚੱਲਾਂਗੇ। सामने लेके आइए, ध्यान सामने देखो। मस्तक दे सामने ले जाओ, पलका उत्ते चुक दो।
फिर सामने लेके आइए। फिर नक ते सम करके देखिए, दृष्टि सम करके अपने आप को देखिए। देखना है जेकर कोई नवा जीव, उसने देखना है कि जे नक दिसदा सी पहला, हुण दिसनों हट गया, ਜਾਂ इस पासे हल्का हल्का सानू नज़र आ सकदा खब्बे पासे एक परछाई की तरह, इस पासे प्रकाश होना, इस पासे नक ने चमकना है, अपने ने हीरे की तरह चमक जाना है ध्यान दे नाल। नीचे लै जो ध्यान, जिथे भी आप बैठे हाँ थले जो विछया है कपड़ा फर्श जो है, उस तो थोड़ा उपर आप अगे देखना है, उपर देखने की कोशिश करनी है निराकार दे विच। उस तो उपर आप ध्यान रोकांगे, उत्थे सानू प्रकाश अनुभव होना शुरू हो जाएगा। जल दी न्याई प्रकाश दी हलचल अनुभव होएगी, जिसनों अमृत जल कहा है। सम करके देखिए अपने आप ਨੂੰ, फिर नेत्र सम करके अपने आप ਨੂੰ देखिए। नीचे लै जो ध्यान, बिल्कुल रिलैक्स।
और सामने लेके आइए ध्यान, सामने देखो, बिल्कुल रिलैक्स। मस्तक दे सामने ले जाओ, पलका उत्ते चुक दो। सामने लेके आइए फिर ध्यान। नीचे ले जाइए ध्यान।
और सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਉਣਾ ਹੈ, ਪ੍ਰੇਮ ਕਰਨਾ ਹੈ, ਹਿਰਦੇ ਦੇ ਵਿੱਚ ਵਸਾਉਣਾ ਹੈ ਗਿਆਨ ਨੂੰ। ਪ੍ਰੇਮ ਭਗਤੀ ਹੈ, ਦਰਸ਼ਨਾਂ ਦੀ ਭਗਤੀ ਹੈ, ਦਰਸ਼ਨਾਂ ਵਾਸਤੇ ਬੈਠਣਾ ਹੈ। ਫਿਰ ਪ੍ਰਗਟ ਹੁੰਦਾ ਹੈ, ਫਿਰ ਸਾਨੂੰ ਦਰਸ਼ਨ ਹੁੰਦੇ ਨੇ। ਪਹਿਲਾਂ ਜਲ, ਫਿਰ ਆਤਮ ਰੂਪ ਜੋ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਨੂੰ ਦਿਸੇਗਾ। ਇੱਦਾਂ ਲੱਗੇਗਾ ਅਸੀਂ ਸ਼ੀਸ਼ ਮਹਿਲ 'ਚ ਬੈਠੇ ਹਾਂ। ਫਿਰ ਹਰੀ ਰੂਪ ਦਰਸ਼ਨ ਜੋ ਕਿ ਮਾਣੇ ਜਾ ਸਕਦੇ, ਜਿਨ੍ਹਾਂ ਦਾ ਆਪਾਂ ਬਿਆਨ ਨਹੀਂ ਕਰ ਸਕਦੇ। ਸੋ ਇਸ ਤਰੀਕੇ ਨਾਲ ਆਪਾਂ ਦੋ ਹੀ ਪੁਆਇੰਟ ਜ਼ਿਆਦਾ ਧਿਆਉਣੇ ਨੇ। ਇੱਕ ਇਸ ਪੁਆਇੰਟ ਨੂੰ ਸਮ ਕਰਨਾ, ਇੱਕ ਨੀਚੇ। ਵਾਰ ਜਦੋਂ ਤੱਕ, ਜਦ ਤੱਕ ਸਾਨੂੰ ਆਪਣਾ ਨੱਕ ਖੱਬੇ ਪਾਸੇ ਸ਼ੀਸ਼ੇ ਵਾਂਗੂ ਨਹੀਂ ਦਿਸਣ ਲੱਗ ਜਾਂਦਾ, ਨੀਚੇ ਧਿਆਉਂਦੇ ਰਹਿਣਾ ਹੈ। ਫਿਰ ਆਪਾਂ ਸਾਹਮਣੇ ਕਰਾਂਗੇ ਅਭਿਆਸ। ਫਿਰ ਮਸਤਕ ਦੇ ਸਾਹਮਣੇ ਜਿਉਂ ਮਾਲਕ ਸਾਨੂੰ ਉੱਤੇ ਲੈ ਜਾਂਦਾ ਜਾਏਗਾ, ਉਵੇਂ ਆਪਾਂ ਚੱਲਦੇ ਜਾਵਾਂਗੇ। ਸੋ ਆਓ ਹੁਣ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।